ਨੇ ਪ੍ਰਸ਼ਾਂਤ ਕਿਸ਼ੋਰ ਨੂੰ ਦੁਬਾਰਾ ਬੁਲਾਇਆ, ਕਿਸ ਤਰ੍ਹਾਂ ਦੇਖਦੇ ਹੋ? ਲੋਕੀ ਦੱਸਣਗੇ ਕਿ ਕੈਪਟਨ ਸਾਹਿਬ ਨੇ ਜਿਹੜੇ 5 ਸਾਲ 4 ਸਾਲ ਪਹਿਲੇ ਲੋਕਾਂ ਨੂੰ ਜਿਹੜੇ ਝੂਠ ਮਾਰੇ ਸੀਗੇ ਤੇ ਇਹ ਝੂਠ ਵਿੱਚ ਪੂਰਾ ਉਹਨਾਂ ਦਾ ਜਿਹੜਾ ਭਾਈਵਾਲ ਸਾਥੀ ਸੀਗਾ, ਅੱਜ 5 ਸਾਲਾਂ ਬਾਅਦ ਇੱਕ ਵਾਰ ਫੇਰ ਨਿਤ ਨਵੇਂ ਝੂਠਾਂ ਵਾਸਤੇ ਉਸ ਇਨਸਾਨ ਨੂੰ ਬੁਲਾਇਆ ਗਿਆ ਕਿ ਕੈਪਟਨ ਸਾਹਿਬ ਨੂੰ ਇੱਕ ਵਾਰ ਫੇਰ ਲੋਕਾਂ ਦੀ ਭਾਵਨਾਵਾਂ ਦੇ ਨਾਲ ਜਿਹੜਾ ਖੇਡਵਾਲੀ ਨਹੀਂ ਕਿਹਾ ਸੀ, ਲੇਕਿਨ ਇੱਕ ਤਰੀਕੇ ਤੋਂ ਉਹਨਾਂ ਦੇ ਨਾਲ ਵਿਸ਼ਵਾਸਘਾਟ ਜਿਹੜਾ ਕੈਪਟਨ ਸਾਹਿਬ ਨੇ ਕੀਤਾ, ਇਹ ਉਹਨਾਂ ਦਾ ਨਵਾਂ ਬੰਦਾ ਜਿਹੜਾ ਬੁਲਾਇਆ ਹੈਗਾ ਸਰਕਾਰੀ ਖਰਚੇ 'ਚ। ਦੁੱਖ ਦੀ ਗੱਲ ਕਿ 5 ਸਾਲ ਪਹਿਲੇ ਇਸ ਬੰਦੇ ਨੂੰ ਪੈਸੇ ਦੇ ਕੇ ਲੋਕਾਂ ਨੂੰ ਝੂਠ ਕਿਵੇਂ ਮਾਰਨਾ ਹੈ, ਉਹਨਾਂ ਦੀ ਭਾਵਨਾਵਾਂ ਨਾਲ ਖੇਲ ਕੇ ਉਹਨਾਂ ਦੀ ਵੋਟਾਂ ਲੁੱਟ ਕੇ ਸੱਤਾ ਵਿੱਚ ਆ ਕੇ ਖਜ਼ਾਨੇ ਨੂੰ ਲੁੱਟ ਕੇ ਆਪਣੇ ਆਪ ਨੂੰ ਕਿਵੇਂ ਅਮੀਰ ਕਰਨਾ ਹੈ ਤੇ ਲੋਕਾਂ ਨੂੰ ਭੁੱਲ ਜਾਣਾ ਹੈ, ਇਹ ਕੈਪਟਨ ਸਾਹਿਬ ਨੇ 5 ਸਾਲ ਲੋਕਾਂ ਨੂੰ ਦਿਖਾਤਾ। ਹੁਣ ਸਰਕਾਰੀ ਖਜ਼ਾਨੇ ਤੋਂ ਉਸ ਇਨਸਾਨ ਨੂੰ ਲਾ ਕੇ ਹੁਣ ਸਾਲ ਪਹਿਲੇ ਜਿਹੜਾ ਉਹਨੂੰ ਕੋਠੀ ਦਿੱਤੀ ਜਾਊਗੀ, ਉਹਦਾ ਖਰਚਾ ਪਾਣੀ ਸਾਰਾ ਕੁਝ ਜਿਹੜਾ ਕੀਤਾ ਜਾਊਗਾ ਤਾਂ ਕਿ ਉਹ ਸਾਲ ਭਰ 'ਚ ਹੁਣ ਫੇਰ ਲੋਕਾਂ ਦੇ ਵਿੱਚ ਜਾ ਕੇ ਉਹ ਕਿਹੜੇ ਭਰਮ ਪੈਦਾ ਕਰਨੇ ਨੇ, ਕਿਹੋ ਜਿਹੇ ਝੂਠ ਮਾਰੇ ਤੇ ਇੱਕ ਵਾਰ ਫੇਰ ਕੈਪਟਨ ਸਾਹਿਬ ਦੀ ਸਰਕਾਰ ਆ ਜਾਏ। ਲੇਕਿਨ ਮੈਂ ਕਹਿੰਦੀ ਜਿੰਨੇ ਮਰਜ਼ੀ ਇਕੱਠੇ ਕਰ ਲੈਣ, ਜੋ ਮਰਜ਼ੀ ਝੂਠ ਮਾਰ ਲੈਣ, ਲੋਕਾਂ ਨੇ 5 ਸਾਲ ਪਹਿਲੇ ਜਿਹੜਾ ਵਿਸ਼ਵਾਸਘਾਤ ਕੀਤਾ ਸੀ, ਉਹਨਾਂ ਦੀ ਭਾਵਨਾਵਾਂ ਨੂੰ ਜਿਹੜੀ ਠੇਸ ਜਿਹੜੀ ਸੱਟ ਮਾਰੀ ਸੀ, ਅੱਜ ਉਸ ਸੱਟ ਦਾ, ਉਹਨਾਂ ਝੂਠੇ ਲਾਰਿਆਂ ਦਾ, ਉਹ ਝੂਠੀ ਸਹੁੰ ਦਾ ਲੋਕਾਂ ਨੇ ਆਉਣ ਵਾਲੇ 2022 ਦੀ ਚੋਣਾਂ 'ਚ ਕੈਪਟਨ ਤੋਂ ਹਿਸਾਬ ਮੰਗ ਰਿਹਾ ਹੈ। ਤੇ ਇਹ ਬੰਦਾ ਜਦ ਨਿਕਲ ਕੇ ਆਊਗਾ, ਮੈਂ ਤੁਹਾਡੇ ਰਾਹੀਂ ਬੇਨਤੀ ਕਰਦੀ ਹਾਂ ਸਮੂਹ ਪੰਜਾਬ ਦੇ ਲੋਕਾਂ ਨੂੰ, ਜਿਸ ਦਿਨ ਇਹ ਬੰਦਾ ਜਾਂ ਕੈਪਟਨ ਸਾਹਿਬ ਤੁਹਾਡੇ ਕੋਲ ਵੋਟਾਂ ਵਾਸਤੇ ਆਉਣ, ਜਿੱਥੇ ਵੀ ਕੋਈ ਕਾਂਗਰਸੀ ਜਾਏ, ਪਹਿਲੇ ਕੱਢ ਕੇ ਆਪਦੇ ਘਰ ਘਰ ਦੇ ਨੌਕਰੀ ਦੇ ਫਾਰਮ ਜਿਹੜੇ ਤੁਹਾਡੇ ਬੱਚਿਆਂ ਨੇ ਭਰੇ ਸੀ, ਮੇਰੇ ਨੌਜਵਾਨ ਵੀਰ, ਉਹਨਾਂ ਦੇ ਮੂੰਹ 'ਚ ਮਾਰੋ ਤਾਂ ਆਪਣੀ ਨੌਕਰੀ ਦਾ ਹਿਸਾਬ ਮੰਗੋ। ਉਹਦੇ ਬਾਅਦ ਜਿਹੜੇ ਪਿੰਡ 'ਚ ਕਾਂਗਰਸੀ ਜਾਣ, ਕੈਪਟਨ ਸਾਹਿਬ ਜਾਏ, ਪ੍ਰਸ਼ਾਂਤ ਕਿਸ਼ੋਰ ਜਾਏ, ਜਿਹੜੇ ਕਰਜ਼ੇ ਮਾਫੀ ਦੇ ਫਾਰਮ ਮੰਗੇ ਸੀ, ਭਰਾਏ ਸੀਗੇ, ਉਹ ਫਾਰਮ ਇਹਨਾਂ ਦੇ ਮੂੰਹ 'ਚ ਮਾਰ ਕੇ ਆਪਣੇ ਕਰਜ਼ੇ ਦੀ ਵਸੂਲੀ ਦਾ ਹਿਸਾਬ ਮੰਗੋ। ਤੇ ਮੇਰੀ ਭੈਣਾਂ ਨੂੰ ਮੈਂ ਬੇਨਤੀ ਕਰਾਂਗੀ ਕਿ ਜਿਹੜਾ ਤੁਹਾਨੂੰ ਖੰਡ ਤੇ ਘਿਓ ਤੇ ਸ਼ੱਕਰ ਤੇ ਚਾਹ ਪੱਤੀ ਜਿਹੜਾ ਕੁਝ ਮਿਲਣਾ ਸੀਗਾ, ਉਹ ਇਹਦਾ ਹਿਸਾਬ ਮੰਗਣਾ। ਤੇ ਆਪਣੀ ਬਜ਼ੁਰਗਾਂ ਨੂੰ ਕਹਿੰਦੀ ਆ, ਮਾਤਾਵਾਂ ਨੂੰ, ਜ਼ਰੂਰ 2500 ਪੈਨਸ਼ਨ ਦੀ ਆਸ 'ਚ ਤੁਸੀਂ 5 ਸਾਲ ਕੱਢਤੇ। ਜਿਹੜਾ ਕਾਂਗਰਸੀ ਤੁਹਾਡੇ ਕੋਲ ਆਏ, ਸਭ ਤੋਂ ਪਹਿਲੇ ਉਹਦੇ ਮੱਥੇ ਲੱਗ ਕੇ ਆਪਦੀ 2500 ਹਰ ਮਹੀਨੇ ਦੇ ਹਿਸਾਬ ਨਾਲ 5 ਸਾਲ ਦਾ ਜਿਹੜਾ ਬੰਦਾ ਹੈ, ਉਹ ਹਿਸਾਬ ਮੰਗ ਕੇ ਆਪਣੇ ਪੈਸੇ ਧਰਾਓ, ਤਾਂ ਇਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਵੜਨ ਦਿਓ। ਬੀਬੀ ਜੀ, ਪ੍ਰਧਾਨ ਮੰਤਰੀ ਵੱਲੋਂ ਇੱਕ ਉਜਵਲ ਯੋਜਨਾ ਚਲਾਈ ਗਈ ਸੀ, ਜਿਹੜਾ ਹੁਣ ਰਸੋਈ ਗੈਸ ਆ, ਉਹ ਲਗਾਤਾਰ ਜਿਹੜਾ ਉਹਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਬਹੁਤ ਦੁੱਖ ਦੀ ਗੱਲ ਹੈਗੀ ਕਿ ਕਈ ਸਰਕਾਰਾਂ ਲੋਕਾਂ ਦੀ ਭਾਵਨਾਵਾਂ ਨਾਲ ਜਿਵੇਂ ਖੇਲਵਾੜ ਕਰਕੇ ਇੱਕ ਸਕੀਮ ਲਾਗੂ ਕਰ ਦਿੰਦੇ ਨੇ, ਫਿਰ ਬਹੁਤ ਉਹਦਾ ਢਿੰਡੋਰਾ ਪਿੱਟਦਾ ਹੈਗਾ, ਜਿਹਦੇ ਨਾਲ ਲਾਹਾ ਵੀ ਮਿਲ ਜਾਂਦਾ ਹੈ ਕਈ ਸਟੇਟਾਂ 'ਚ, ਕਈ ਚੋਣਾਂ 'ਚ। ਲੇਕਿਨ ਹੌਲੀ ਹੌਲੀ ਜਦ ਉਹਦਾ ਲਾਹ ਲੈ ਲੈਂਦੇ, ਫਿਰ ਉਹ ਬਿਲਕੁਲ ਉਸ ਸਕੀਮ ਨੂੰ ਕਿਨਾਰੇ ਕਰਕੇ ਉਹਦੀ ਚਰਚਾ ਤੱਕ ਨਹੀਂ ਹੁੰਦੀ ਹੈਗੀ। ਹੁਣ ਉਜਵਲਾ ਸਕੀਮ ਦੀ ਗੱਲ ਕਰੀਏ, ਹਰ ਘਰ 'ਚ ਮਾਤਾਵਾਂ ਦੀ ਸਿਹਤ ਨੂੰ ਲੈ ਕੇ, ਉਹਨਾਂ ਬੀਬੀਆਂ ਨੂੰ ਜਿਨ੍ਹਾਂ ਨੂੰ ਆਪਣੀ ਸਿਹਤ ਦਾ ਪਰਵਾਹ ਨਾ ਕਰਦੇ ਹੋਏ ਬਿਨਾਂ ਚੁੱਲ੍ਹੇ ਦਾ ਇੰਨੀ ਜ਼ਿੰਦਗੀ ਜੀ ਰਹੇ ਸੀਗੇ, ਬਹੁਤ ਅਸੀਂ ਦੇਖਿਆ ਸਾਰੇ ਪੈਟਰੋਲ ਸਟੇਸ਼ਨ 'ਚ ਵੱਡੇ ਵੱਡੇ ਬੋਰਡ ਲੱਗੇ ਹੁੰਦੇ ਸੀ ਉਜਵਲਾ ਸਕੀਮ ਦੇ। ਲੇਕਿਨ ਹੁਣ 3 ਮਹੀਨਿਆਂ ਦੇ ਅੰਦਰ ਹੀ ਤੁਸੀਂ 200-250 ਸਵਾ 200 ਰੁਪਏ ਤੁਸੀਂ ਭਾਅ LPG ਦੇ ਵਧਾ ਦਿਓ। ਜਿਹੜਾ 633 ਰੁਪਏ ਹੁੰਦਾ ਸੀ, ਹੁਣ ਜਾ ਕੇ ਉਹ 850 ਦੇ ਨੇੜੇ ਤੇੜੇ ਪਹੁੰਚ ਗਏ। ਗਰੀਬ ਦਾ ਛੱਡੋ, ਜਿਹੜਾ ਗਰੀਬ ਨਹੀਂ ਵੀ ਹੈਗੀ, ਉਹ ਵੀ ਆਪਣਾ LPG ਸਿਲੰਡਰ ਹੁਣ ਛੱਡ ਰਿਹਾ, ਕਿਉਂਕਿ ਉਹ ਵੀ ਨਹੀਂ ਭਰਨ ਜੋਗੇ ਰਹਿ ਗਿਆ ਹੈਗਾ। ਸੋ ਦੁੱਖ ਦੀ ਗੱਲ ਕਿ ਇਹ ਕੇਂਦਰ ਦੀ ਭਾਜਪਾ ਦੀ ਸਰਕਾਰ ਹੋਏ ਜਾਂ ਸੂਬੇ ਦੀ ਕਾਂਗਰਸ ਦੀ ਸਰਕਾਰ ਹੋਏ, ਅੱਜ ਜਿਵੇਂ ਪੈਟਰੋਲ ਤੇ ਡੀਜ਼ਲ ਦੇ ਭਾਅ ਅੰਤਰਰਾਸ਼ਟਰੀ ਲੈਵਲ 'ਚ ਕੱਚੇ ਤੇਲ ਦੇ ਘਟ ਰਹੇ ਨੇ, ਲੇਕਿਨ ਇਹ ਆਪਣੇ ਟੈਕਸ ਨੂੰ 19 ਵੀ ਘਟਾ ਕੇ ਨਹੀਂ, ਬਲਕਿ ਰੇਟਾਂ ਨੂੰ ਵਧਾ ਕੇ, ਟੈਕਸ ਦੀ ਵਸੂਲੀ ਹੋਰ ਵਧਾ ਕੇ ਲੋਕਾਂ ਦੇ ਜੇਬ ਤੋਂ ਪੈਸੇ ਕੱਢ ਰਹੇ ਨੇ। ਪਹਿਲੇ ਵੀ ਮੈਂ ਕਿਹਾ ਕਿ ਕੈਪਟਨ ਸਾਹਿਬ 100 ਰੁਪਏ ਮਗਰ 27 ਰੁਪਏ ਤਾਂ ਇਕੱਲੇ ਕੈਪਟਨ ਸਾਹਿਬ ਪੈਸੇ ਤੁਹਾਡੇ ਤੋਂ ਟੈਕਸ ਦੇ ਰਾਹੀਂ, ਵੈਟ ਦੇ ਰਾਹੀਂ ਕੱਢਦੇ, 27 ਰੁਪਏ 1 ਲੀਟਰ ਦੇ ਮਗਰ। ਜੇ ਇਹ 5-7 ਰੁਪਏ ਘਟਾ ਦੇਣ, ਕਿੰਨੀ ਵੱਡੀ ਰਾਹਤ ਤੁਹਾਨੂੰ ਮਿਲ ਜੂਗੀ। ਕਿਉਂਕਿ ਇਸ ਵਧਣ ਦੇ ਨਾਲ ਖਾਣ ਪੀਣ ਦੀ ਚੀਜ਼ਾਂ ਦੇ ਉੱਤੇ, ਤੁਹਾਡੇ ਕੱਪੜਿਆਂ ਦੇ ਉੱਤੇ, ਜਿਹੜੀ ਚੀਜ਼ ਬਾਜ਼ਾਰ ਤੋਂ ਖਰੀਦਦੇ ਹੋ, ਸਾਰੀ ਚੀਜ਼ਾਂ ਦੀ ਮਹਿੰਗਾਈ ਵੱਧਦੀ ਹੈ। ਜੇ ਮਾੜਾ ਜਿਹਾ ਘਟਾ ਦੇਣ, ਤੁਹਾਨੂੰ ਰਾਹਤ ਮਿਲ ਜੂਗੀ। ਤੇ ਜਿਹੜਾ ਤੁਹਾਡੇ ਤੋਂ ਵਸੂਲ ਕੇ ਖਜ਼ਾਨੇ ਵਿੱਚ ਭਰ ਰਹੇ ਨੇ, ਉਸ ਖਜ਼ਾਨੇ ਵਿੱਚੋਂ ਤੁਹਾਨੂੰ ਕਿਹੜੀ ਸਹੂਲਤ ਮਿਲ ਰਹੀ ਆ? ਤੁਹਾਡੇ ਪਿੰਡ 'ਚ ਜਾਂ ਸ਼ਹਿਰ 'ਚ ਕਿਹੜਾ ਡਿਵੈਲਪਮੈਂਟ ਦਾ ਕੰਮ ਹੋ ਰਿਹਾ? ਕੁਛ ਨਹੀਂ ਹੋ ਰਿਹਾ, ਇਕੱਲੇ ਤੁਹਾਡੇ ਪੈਸੇ ਲੁੱਟੇ ਜਾ ਰਹੇ ਨੇ। ਇਹਨਾਂ ਦੋਨਾਂ ਸਰਕਾਰਾਂ ਨੂੰ ਪਹਿਚਾਨੋ। ਜੇ ਲੋਕ ਪੱਖੀ ਸਰਕਾਰ ਨੇ ਤੇ ਲੋਕਾਂ ਦੇ ਵਿੱਚ
ਹੋਰ ਕੁਝ ਬੋਲਣ ਤੋਂ ਪਹਿਲੇ ਕੇਂਦਰ ਤੇ ਸੂਬੇ ਦੀ ਸਰਕਾਰ ਘੱਟ ਤੋਂ ਘੱਟ 5-7 ਰੁਪਏ ਆਪ ਦਾ ਹਿੱਸਾ ਘਟਾ ਦੇ। ਬੀਬਾ ਜੀ ਜਥੇਬੰਦੀ ਵੱਲੋਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਕੀ ਪਰਮਾਤਮਾ ਦੀ ਕਿਰਪਾ ਦੇ ਨਾਲ, ਲੋਕਾਂ ਦੇ ਆਸ਼ੀਰਵਾਦ ਦੇ ਨਾਲ ਮੈਨੂੰ ਪੂਰਾ ਭਰੋਸਾ ਹੈ ਕਿ ਜਿਸ ਤਰ੍ਹਾਂ ਦੇ ਪਿਛਲੇ 5 ਸਾਲਾਂ 'ਚ ਹਾਲਾਤ ਪੈਦਾ ਹੋਏ ਨੇ, ਜਿੱਥੇ ਕੇਂਦਰ ਦੀ ਸਰਕਾਰ ਨੇ ਕਈ ਇਹੋ ਜਿਹੇ ਕਦਮ ਚੱਕੇ ਜਿਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਜੇ ਪਹਿਲੇ ਨੋਟਬੰਦੀ ਚੱਕੀ ਗਈ ਤੇ ਪਿਛਲੇ ਸਾਲ ਜਿਸ ਤਰ੍ਹਾਂ ਕਰੋਨਾ ਕਰਕੇ ਲੋਕਡਾਊਨ ਰਿਹਾ ਹੈਗਾ, ਅੱਜ ਹਰੇਕ ਇਨਸਾਨ ਔਖਾ ਹੈਗਾ, ਹਰੇਕ ਦਾ ਧੰਦਾ ਮਾੜਾ ਹੋਇਆ ਪਿਆ, ਹਰੇਕ ਦੀ ਆਮਦਨ ਵਿੱਚ ਵੱਡਾ ਘਾਟਾ ਆਇਆ ਹੈਗਾ। ਹੁਣ ਕਿਸਾਨ ਜਿਨ੍ਹਾਂ ਨੇ ਦੇਸ਼ ਨੂੰ ਬਚਾ ਕੇ ਰੱਖਿਆ ਸੀਗਾ, ਜਿੱਥੇ ਸਭ ਬੰਦ ਹੋ ਗਿਆ ਸੀ, ਅੱਜ ਕਿਸਾਨਾਂ ਨੂੰ ਵੀ ਸੜਕਾਂ ਤੇ ਇਹਨਾਂ ਨੇ ਰੋਲਤਾ ਹੈਗਾ। ਇਹ ਕੇਂਦਰ ਤੇ ਸੂਬੇ ਦੀ, ਪੰਜਾਬ ਸਰਕਾਰ ਦੀ ਤਾਂ ਮਿਲੀ ਭੁਗਤ ਸੀਗੀ, ਕਿਉਂਕਿ ਕੈਪਟਨ ਸਾਹਿਬ ਨੇ ਜਿਹੋ ਜਿਹੇ ਕਾਲੇ ਕਾਨੂੰਨ ਬਣ ਰਹੇ ਸੀਗੇ 2019 ਦਾ ਉਹਨਾਂ ਦਾ ਹਿੱਸਾ ਹੋਣ ਤੇ ਕੋਈ ਪੈਰਵਾਈ ਨਹੀਂ ਕੀਤੀ, ਕਾਰਵਾਈ ਨਹੀਂ ਕੀਤੀ, ਬਲਕਿ ਮੇਰੇ ਉੱਤੇ ਉਂਗਲਾਂ ਚੁੱਕ ਰਹੇ ਨੇ ਕਿ ਮੈਂ ਉਸ ਸਰਕਾਰ ਦਾ ਹਿੱਸਾ, ਮੈਂ ਤਾਂ ਉਸ ਸਰਕਾਰ ਨੂੰ ਛੱਡਤਾ। ਜੇ ਮੈਨੂੰ ਕਿਹਾ ਗਿਆ ਕਿ ਕਾਨੂੰਨ ਚੰਗੇ ਨੇ ਤੇ ਜੂਨ ਦੇ ਮਹੀਨੇ ਚੰਗੇ ਕਿਹਾ ਤੇ ਲੋਕਾਂ ਨੇ ਜਦ ਮਾੜਾ ਦੱਸਿਆ ਤੇ ਜੁਲਾਈ ਦੇ ਮਹੀਨੇ ਤੇ ਲਿਖ ਕੇ ਦਿੱਤੀ, ਜਦ ਤਾਂ ਵੀ ਨਹੀਂ ਸੁਣਿਆ, ਜਦ ਸਾਨੂੰ ਵਿਸ਼ਵਾਸ, ਸਾਡੇ ਨਾਲ ਵਿਸ਼ਵਾਸਘਾਤ ਕੀਤਾ ਕਿ ਅਸੀਂ ਕਾਨੂੰਨ ਬਣਾਉਣ ਤੋਂ ਪਹਿਲੇ ਸਾਰੇ ਸੋਧ ਕਰ ਦਾਂਗੇ, ਸੁਧਾਰ ਦਾਂਗੇ, ਗੱਲਬਾਤ ਨਹੀਂ ਕੀਤਾ ਤੇ ਲੋਕਾਂ ਦੇ ਹੱਥ 'ਚ ਖੜ ਕੇ ਅਸੀਂ ਤਾਂ ਛੱਡਤਾ। ਲੇਕਿਨ ਕੈਪਟਨ ਸਾਹਿਬ ਨੇ ਤਾਂ 19 ਤੋਂ ਲੈ ਕੇ 20 ਵੀ ਨਿਕਲ ਗਈ, 21 ਵੀ ਆ ਗਈ ਹੈ, 250 ਤੋਂ ਵੱਧ ਲੋਕਾਂ ਨੇ ਜਾਨ ਵੀ ਕੁਰਬਾਨ ਕਰਤਾ। ਮੈਨੂੰ ਇੱਕ ਵਾਰੀ ਤਾਂ ਦੱਸੋ ਕਿ ਕੈਪਟਨ ਸਾਹਿਬ ਉੱਥੇ ਦਿੱਲੀ ਬੈਠੇ ਕਿਸਾਨਾਂ ਦੇ ਕੋਲ ਗਏ, ਪ੍ਰਧਾਨ ਮੰਤਰੀ ਦੇ ਕੋਲ ਗਏ, ਖੇਤੀਬਾੜੀ ਮੰਤਰੀ ਦੇ ਕੋਲ, ਇਹਨਾਂ ਨੇ ਵਿਰੋਧ ਜਤਾਇਆ ਕਿੱਥੇ ਹੈਗਾ? ਬਲਕਿ ਆਪਣੇ ਅਫਸਰਾਂ ਨੂੰ ਦਿੱਲੀ ਬਿਠਾ ਕੇ ਰੱਖਿਆ ਕਿ ਕਿਸਾਨਾਂ ਦੀ ਯੂਨੀਅਨਾਂ ਦੇ ਲੀਡਰਾਂ ਦੇ ਉੱਤੇ ਦਬਾਅ ਪਾਓ ਕਿ ਕੇਂਦਰ ਦੀ ਗੱਲ ਮੰਨੋ। ਤਾਂ ਹਰ ਵਾਰੀ ਕੇਂਦਰ ਦੀ ਭਾਸ਼ਾ, ਖਾਲਿਸਤਾਨੀ ਬੈਠੇ ਤਾਂ ਹਾਂਜੀ ਖਾਲਿਸਤਾਨੀ ਬੈਠੇ ਨੇ, ਮਾਹੌਲ ਖਰਾਬ ਹੋ ਰਿਹਾ ਤਾਂ ਹਾਂਜੀ ਮਾਹੌਲ ਖਰਾਬ ਹੋ ਰਿਹਾ, ਮਤਲਬ ਆਪਣੇ ਲੋਕੀ ਨੂੰ ਭੰਡੀ ਜਾ ਰਹੇ ਨੇ। ਜੇ ਬਾਦਲ ਸਾਹਿਬ ਹੁੰਦੇ ਲੋਕਾਂ ਨੂੰ ਤਾਂ ਪਹੁੰਚਣ ਹੀ ਨਹੀਂ ਦੇਣਾ ਸੀ, ਬਾਦਲ ਸਾਹਿਬ ਨੇ ਪਹਿਲੇ ਜਾ ਕੇ ਉੱਥੇ ਧਰਨਾ, ਪਹਿਲੀ ਗੱਲ ਤਾਂ ਇਸ ਕਾਨੂੰਨ ਨੂੰ ਬਣਨ ਹੀ ਨਹੀਂ ਦੇਣਾ ਸੀ। ਲੇਕਿਨ 3-3 ਮਹੀਨੇ ਲੋਕਾਂ ਨੂੰ ਆਪਣੇ ਹਾਲ 'ਚ, ਸਰਦੀ 'ਚ ਤੇ ਹੁਣ ਗਰਮੀ 'ਚ ਕੈਪਟਨ ਸਾਹਿਬ ਜਿਵੇਂ ਬੈਠੇ, ਬਾਦਲ ਸਾਹਿਬ ਨੇ ਨਹੀਂ, ਅੱਜ ਐਸ਼ ਕਰ ਰਹੇ ਨੇ ਬੈਠੇ ਹੋਏ। ਇਹ ਮੁੱਖ ਮੰਤਰੀ ਦੀ ਕੰਮ ਹੁੰਦੇ ਨੇ। ਸੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਪਾਰਟ ਟਾਈਮ ਸਰਕਾਰ ਨਹੀਂ ਹੈ, ਫਾਰਮ ਹਾਊਸ ਸਰਕਾਰ ਵੀ ਨਹੀਂ ਹੈਗੀ, ਤੇ ਨਾ ਹੀ ਸਾਡਾ ਕੋਈ ਇਹੋ ਜਿਹਾ ਮੁੱਖ ਮੰਤਰੀ ਅੱਜ ਤਾਈਂ 100 ਸਾਲਾਂ 'ਚ ਕੋਈ ਹੋਇਆ ਜਿਹੜਾ ਲੋਕਾਂ ਤੋਂ 5 ਸਾਲ ਲੋਕਾਂ ਦੇ ਵਿੱਚ ਹੀ ਨਹੀਂ ਗਿਆ। 3 ਮਹੀਨੇ ਦਾ ਧਰਨਾ ਚੱਲ ਰਿਹਾ ਹੈ, ਕੈਪਟਨ ਸਾਹਿਬ ਇੱਕ ਵਾਰੀ ਗਏ ਨੇ ਕਿਸੇ ਕਿਸਾਨ ਦੇ ਵਿੱਚ? ਜੇ ਮੁੱਖ ਮੰਤਰੀ ਲੋਕਾਂ ਦੇ ਵਿੱਚ ਹੀ ਨਹੀਂ ਜਾਊਗਾ ਤੇ ਉਹਨਾਂ ਦਾ ਹੱਲ ਕੀ ਕਰੂਗਾ? ਅਕਾਲੀ ਦਲ ਲੋਕਾਂ ਦੀ ਸਰਕਾਰ ਬਣਾਉਗੀ, ਲੋਕਾਂ ਰਾਹੀਂ ਬਣੂਗੀ, ਲੋਕਾਂ ਦੇ ਵਿੱਚ ਰਹੂਗੀ, ਲੋਕਾਂ ਦੀ ਦੁੱਖ ਤਕਲੀਫ ਨੂੰ ਦੂਰ ਕਰਨ ਵਾਸਤੇ ਦਿਨ ਰਾਤ ਮਿਹਨਤ ਕਰੂਗੀ ਤੇ ਲੋਕਾਂ ਦੇ ਵਿੱਚ ਰਹਿ ਕੇ ਬਾਦਲ ਪਿੰਡ 'ਚ ਕੋਈ ਆ ਕੇ ਸਾਨੂੰ ਮਿਲ ਸਕੇ। ਇਹ ਕੈਪਟਨ ਤਰ੍ਹਾਂ ਦੀ ਨਹੀਂ ਕਿ ਮੋਤੀ ਮਹਿਲ 'ਚ ਜਾਂ ਮਹਿੰਦਰ ਮਹਿਲ 'ਚ ਵੜ ਜਾਓ ਤੇ ਕੋਈ ਨੇੜੇ ਤੇੜੇ ਆਪ ਦਾ ਮੰਤਰੀ ਵੀ ਨਾ ਲੱਗ ਸਕੇ। ਲੋਕਾਂ ਨੇ ਤਾਂ ਢੀਂਡਸਾ ਜੀ ਨੇ, ਪਰਮਿੰਦਰ ਢੀਂਡਸਾ ਨੇ ਵਿਧਾਨ ਸਭਾ ਦੇ ਵਿੱਚ ਕੁਐਸਚਨ ਕੀਤਾ ਹੈਗਾ ਵੀ ਕਾਂਗਰਸ ਸਰਕਾਰ ਜਿਹੜੀ ਜਾਣਬੁੱਝ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾ ਰਹੀ, ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਲੈ ਗਿਆ ਉਹਨੂੰ ਆਫਿਸ ਨਹੀਂ ਦਿੱਤਾ ਜਾਂ ਉਹਨੂੰ ਸਟਾਫ ਨਹੀਂ ਦਿੱਤਾ। ਮੈਂ ਕੀ ਕਹਿਣਾ ਚਾਹੂੰਗਾ, ਕਿਉਂ, ਕੀ ਹੋ ਸਕਦਾ ਹੈ? ਇਹ ਤਾਂ ਉਹੀ ਜਾਣਦੇ ਨੇ ਜੀ ਜਿਹੜੇ ਸਵਾਲ ਪੁੱਛ ਰਹੇ ਨੇ ਕਿ ਕੀ ਹੋ ਰਿਹਾ ਹੈਗਾ। ਤੇ ਭਾਜਪਾ ਦੇ ਨਾਲ ਤਾਂ ਬੜੀ ਨੇੜਤਾ ਹੈ ਇਹਨਾਂ ਦੇ ਪਰਿਵਾਰ ਦੀ, ਉਹਨਾਂ ਪਦਮ ਵਿਭੂਸ਼ਣ ਵੀ ਦਿੱਤਾ ਹੈਗਾ ਤੇ ਬਹੁਤ ਕੁਝ ਉਹਨਾਂ ਦੇ ਇਸ਼ਾਰੇ 'ਚ ਉਹਨਾਂ ਨੇ ਕੀਤਾ, ਸਾਰੇ ਜਾਣਦੇ ਹੀ ਹੈਗੇ। ਤੇ ਇਲੈਕਸ਼ਨ ਜਿਹਨੇ ਕਰਾਣੀ ਹੈ ਜਾਂ ਕੇਂਦਰ ਨੇ ਕਰਾਣੀ ਹੈ, ਸੂਬੇ ਦੀ ਸਰਕਾਰ, ਦੋਨਾਂ ਦੇ ਨੇੜੇ ਹੋ ਗਏ। ਉਹਨਾਂ ਤੋਂ ਪੁੱਛ ਲੈ ਸਾਨੂੰ ਕਿ ਅਸੀਂ ਤਾਂ ਤਿਆਰ ਹੈਗੇ, ਲੋਕਾਂ ਦੇ ਵਿੱਚ ਸੱਚਾਈ ਦੇ ਨਾਲ ਜਾਵਾਂਗੇ। ਗਲਤੀਆਂ ਹਰੇਕ ਇਨਸਾਨ ਤੋਂ ਹੁੰਦੀ, ਜਿਹੜੇ ਕੰਮ ਕਰਦੇ ਉਹਨਾਂ ਤੋਂ ਗਲਤੀਆਂ ਜ਼ਰੂਰ ਹੁੰਦੀਆਂ ਨੇ, ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਕਹਿ ਸਕਦੀ ਹਾਂ ਕਿ ਡਟ ਕੇ ਠੋਕ ਕੇ ਕੰਮ ਕਰਦੇ ਆ, ਲੋਕਾਂ ਵਾਸਤੇ ਕਰਦੇ ਆ, ਆਪਣੇ ਸੂਬੇ ਨੂੰ ਅੱਗੇ ਲਿਜਾਣ ਵਾਸਤੇ ਕਰਦੇ ਆ, ਲੋਕਾਂ ਦੀ ਤਕਲੀਫਾਂ ਨੂੰ ਘਟਾਉਣ ਵਾਸਤੇ ਕਰਦੇ ਆ ਤੇ ਅੱਗੇ ਵੀ ਕਰਦੇ ਰਵਾਂਗੇ। ਜਦੋਂ ਵੀ ਲੋਕੀ ਮੌਕਾ ਬਖਸ਼ਣਗੇ, ਇਮਾਨਦਾਰੀ ਦੇ ਨਾਲ, ਮਿਹਨਤ ਦੇ ਨਾਲ ਪੰਜਾਬ ਦੇ ਹਾਲਾਤ ਨੂੰ ਸੁਧਾਰਨ ਵਾਸਤੇ, ਆਪਣੇ ਨੌਜਵਾਨਾਂ ਨੂੰ ਨੌਕਰੀਆਂ ਦਿਲਾਉਣ ਵਾਸਤੇ, ਆਪਣੇ ਕਿਸਾਨਾਂ ਦੀ ਤਕਲੀਫਾਂ ਘਟਾਉਣ ਵਾਸਤੇ, ਉਹਨਾਂ ਦਾ ਕਰਜ਼ਾ ਘਟਾਉਣ ਵਾਸਤੇ, ਵਿਕਾਸ ਤੇ ਤਰੱਕੀ ਵਾਸਤੇ, ਜਿੱਥੇ ਸਾਨੂੰ ਦਿਖਦੀ ਆ ਹਰ ਖੇਤਰ 'ਚ ਤੁਸੀਂ ਦੇਖੋ ਪੰਜਾਬ ਥੱਲੇ ਆ ਗਿਆ ਹੈਗਾ। ਆંકੜੇ ਦੇਖਾ ਜਾਏ ਤਾਂ ਨਾ ਨੌਕਰੀਆਂ 'ਚ, ਨਾ ਤਰੱਕੀ 'ਚ, ਨਾ ਡਿਵੈਲਪਮੈਂਟ 'ਚ, ਨਾ ਈਜ਼ ਆਫ ਡੂਇੰਗ ਬਿਜ਼ਨਸ 'ਚ, ਨਾ ਲੋਕਾਂ ਦੀ ਆਮਦਨ ਕਮਾਉਣ 'ਚ, ਤੇ ਨਾ ਹੀ ਜਿੰਨਾ ਸੂਬਾ ਲੋਕਾਂ ਦੇ ਉੱਤੇ ਖਰਚਦਾ ਹੈ। ਹਰੇਕ ਆંકੜੇ 'ਚ ਪੰਜਾਬ ਇੰਨੀ ਬੁਰੀ ਤਰ੍ਹਾਂ 5 ਸਾਲਾਂ 'ਚ ਥੱਲੇ ਆਇਆ ਕਿ ਇਤਿਹਾਸ 'ਚ ਪੰਜਾਬ ਇੰਨਾ ਥੱਲੇ 5 ਸਾਲਾਂ 'ਚ ਨਹੀਂ ਆਇਆ ਸੀਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਾਰਿਆਂ 'ਚ ਜਿਵੇਂ ਪਹਿਲੇ ਸੁਧਾਰ ਕੀਤੀ ਸੀ, ਇੱਕ ਵਾਰ ਫਿਰ ਵੀ ਸੁਧਾਰ ਕਰੀਏ। ਬੀਬਾ ਜੀ, ਜਿਵੇਂ ਰਾਜਨੀਤਿਕ ਪਾਰਟੀਆਂ ਵੱਲੋਂ ਕਾਂਗਰਸ ਨੂੰ ਘੇਰਿਆ ਜਾ ਰਿਹਾ ਵਾਅਦੇ ਪੂਰੇ ਕਰਵਾਉਣ ਲਈ, ਉੱਥੇ ਕਿਸਾਨਾਂ ਨੇ ਵੀ ਇੱਕ ਐਲਾਨ ਕੀਤਾ ਵੀ ਪੰਜਾਬ ਸਰਕਾਰ ਨੂੰ ਅਸੀਂ ਘੇਰਾਂਗੇ ਇਸ ਤੋਂ ਬਾਅਦ, ਕਿਵੇਂ ਦੇਖਦੇ ਹੋ? ਮੈਂ ਜ਼ਰੂਰ ਲੋਕਾਂ ਨੂੰ ਕਹਾਂਗੇ ਕਿ ਬਿਲਕੁਲ ਹਿਸਾਬ ਮੰਗਣਾ ਚਾਹੀਦਾ ਹੈ। ਜੇ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਜੇ ਨੌਜਵਾਨ ਤੁਸੀਂ ਕਿਸਾਨ, ਤੁਸੀਂ ਆਪਣੇ ਪਿੰਡ ਵਿੱਚ, ਆਪਣੇ ਵਾਰਡ ਵਿੱਚ, ਆਪਣੇ ਇਲਾਕੇ ਵਿੱਚ ਜੇ ਕਿਸੇ ਕਾਂਗਰਸੀ ਨੂੰ ਵੜਨ ਤੋਂ ਪਹਿਲੇ ਤੁਸੀਂ ਹਿਸਾਬ ਨਹੀਂ ਨਾ ਮੰਗੋਗੇ,
ਜੇ ਕਿਸਾਨ ਹਿਸਾਬ ਨਹੀਂ ਮੰਗਣਗੇ, ਜੇ ਘਰ ਘਰ ਨੌਕਰੀ ਦਾ ਹਿਸਾਬ, ਮੋਬਾਈਲ ਫੋਨ ਦਾ ਹਿਸਾਬ, ਸਾਡੇ ਨੌਜਵਾਨ, ਸਾਡੀ ਭੈਣਾਂ, ਸਾਡੇ ਬਜ਼ੁਰਗ ਆਪਣੇ ਪੈਨਸ਼ਨ ਦਾ, ਆਪਣੇ ਆਟੇ ਦਾਲ ਦਾ ਹਿਸਾਬ ਨਹੀਂ ਮੰਗਣਗੇ, ਫਿਰ ਤੁਸੀਂ ਇਹ ਸਿਆਸੀ ਪਾਰਟੀਆਂ ਨੂੰ ਹੁਣ ਜਿਵੇਂ ਇੱਕ ਫਿਰ ਉਹ ਜੁਮਲੇ, ਨਵੇਂ ਜੁਮਲੇ ਕੱਢਣ ਵਾਸਤੇ, ਬਣਾਉਣ ਵਾਸਤੇ ਆਇਆ ਹੈ। ਇਹ ਸਰਕਾਰਾਂ ਹੀ ਕੁਝ ਕਰਨਗੀਆਂ। ਜਿਸ ਦਿਨ ਲੋਕੀ ਹਿਸਾਬ ਮੰਗਣ ਲੱਗ ਜਾਏ, ਤਾਂ ਹੀ ਮੈਂ ਕਦਰ ਕਰਦੀ ਹਾਂ ਕਿ ਜਿਸ ਤਰ੍ਹਾਂ ਕਿਸਾਨੀ ਮੋਰਚਾ ਲੱਗਿਆ ਹੈਗਾ, ਅੱਜ ਕੇਂਦਰ ਦੀ ਸਰਕਾਰ ਦੇ ਨਾਲ ਪੰਜਾਬ ਦੇ ਕਿਸਾਨਾਂ ਨੇ ਟੱਕਰ ਲਿੱਤੀ ਹੈ ਤੇ ਡਟੇ ਹੋਏ ਨੇ। ਦੇਸ਼ ਦੇ ਕਿਸਾਨ ਜੁੜ ਗਏ ਨੇ, ਦੁਨੀਆ ਜੁੜ ਗਈ ਹੈ। ਇਹ ਦਾਤ ਤੇ ਨਹੀਂ ਪਊਗੀ ਕਿ ਕਿਸ ਤਰ੍ਹਾਂ ਸਾਡੇ ਕਿਸਾਨ ਵੀਰ ਜਿਹੜੇ ਸਭ ਤੋਂ ਕਮਜ਼ੋਰ, ਸਭ ਤੋਂ ਭੋਲੇ ਭਾਲੇ ਮਾਨੇ ਜਾਂਦੇ ਨੇ, ਜਿਨ੍ਹਾਂ ਨੂੰ ਹੀ ਕਰਜ਼ਾ ਮਾਫੀ ਦੇ ਸੁਪਨੇ ਦਿਖਾ ਕੇ ਵੋਟਾਂ ਲੁੱਟੀਆਂ ਜਾਂਦੀਆਂ ਨੇ, ਅੱਜ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਝੁਕਣ ਵਾਸਤੇ ਮਜਬੂਰ ਕਰੋਗੇ। ਤੇ ਪਿੱਛੇ ਇਸ ਤਰ੍ਹਾਂ ਹੀ ਜੇ ਲੋਕੀ ਆਪਣਾ ਹਿਸਾਬ ਮੰਗਣ ਲੱਗ ਜਾਣ, ਫਿਰ ਸਰਕਾਰ ਜਿਹੜੀ ਵੀ ਬਣੂਗੀ ਉਹ ਜਵਾਬਦੇਹੀ ਹੋਗੀ ਤੇ ਲੋਕਾਂ ਦੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀ। ਤਾਂ ਕੈਪਟਨ ਸਾਹਿਬ ਦੀ ਤਰ੍ਹਾਂ ਐਸ਼ੋ ਆਰਾਮ ਕਰਨ ਦਾ ਲੋਕੀ ਸਿਖਾ ਦਿੰਦੇ ਨੇ।